परम सत्कारयोग साध संगत जी, सारी ही रसना पवित्र गल है ते आखिए धन श्री सतगुरु जगजीत सिंह जी। साध संगत जी, अज दी साखी का सिरलेख है धुर अंदर तक मुस्कुराहट धस गई। ये साखी संबंधित है सन जसबीर सिंह जी ड्राइवर न्यूयॉर्क। जसबीर सिंह जी का कहना है कि वो सन 1990 विच घरों जर्मन जाने वास्ते निकलिया। थाईलैंड आके एजेंटा ने कहा वाल कटने पैने हैं, सो कटा ले। पैसे जो फसा बैठे सन। जर्मन पहुँच गए। उत्थे उन्हां दे जीजा जी इटालीयन रेस्टोरेंट विच काम करते सन। उन्होंने उसनूं भी उत्थे लवा लिया। उत्थे जसबीर ने एक हफ्ता रोटी ना खाधी। मन विच आया कि वो ते नामधारी हन ते रेस्टोरेंट विच सिर्फ मांस ही बनदा सी ते उसनूं रसोई विच भी मांस कट्टण दा ही काम देण। ਉਹ ਜਸਬੀਰ ਨੂੰ ਚੰਗਾ ਨਾ ਲੱਗੇ। ਇੱਕ ਵਾਰੀ ਤਾਂ ਉੱਥੋਂ ਕੰਮ ਛੱਡ ਕੇ ਭੱਜ ਪਿਆ। ਬਾਹਰ ਪੁਲਿਸ ਸੀ, ਇਸ ਕਰਕੇ ਉਸ ਨੂੰ ਮਜਬੂਰਨ ਉਹੀ ਕੰਮ ਕਰਨਾ ਪਿਆ। ਹੌਲੀ ਹੌਲੀ ਜਸਬੀਰ ਨੇ ਵੀ ਮਾंस ਖਾਣਾ ਸ਼ੁਰੂ ਕਰ ਦਿੱਤਾ। ਦਿਨ ਬ ਦਿਨ ਆਦਤਾਂ ਵਿਗੜਨ ਲੱਗ ਪਈਆਂ। ਉਸ ਤੋਂ ਬਾਅਦ ਉਹ ਅਮਰੀਕਾ ਆ ਗਿਆ। 1997 ਵਿੱਚ ਜਦੋਂ ਪੇਪਰ ਵਗੈਰਾ ਮਿਲੇ ਤਾਂ ਉਹ ਇੰਡੀਆ ਤੋਂ ਹੋ ਕੇ ਵਾਪਸ ਗਿਆ ਤਾਂ ਜਾਂਦਿਆਂ ਹੀ ਸ਼ਰਾਬ ਛੱਡ ਦਿੱਤੀ। ਆ ਕੇ ਮਹੀਨਾ ਭਰ ਖਾਣਾ ਤੇ ਉਸੇ ਤਰ੍ਹਾਂ ਹੀ ਰਿਹਾ, ਪਰ ਮਨ ਇੰਨਾ ਚੁੱਕਿਆ ਗਿਆ ਕਿ ਇੱਕ ਦਿਨ ਤੇ ਉਲਟੀਆਂ ਹੀ ਆਉਣ ਲੱਗ ਪਈਆਂ। ਸੱਚੇ ਪਾਤਸ਼ਾਹ ਜੀ ਨੇ ਆਪਣਾ ਕੌਤਕ ਤੇ ਵਰਤਾਣਾ ਹੀ ਸੀ ਕਿ ਉਹ ਜੋ ਸ਼੍ਰੀ ਭੈਣੀ ਸਾਹਿਬ ਸ਼੍ਰੀ ਹਜ਼ੂਰ ਦੇ ਸਨਮੁਖ ਹੋ ਸਤ ਬਚਨ ਜੋ ਕਹਿ ਕੇ ਆਇਆ ਸੀ। ਇੱਕ ਦਿਨ ਸੱਚੇ ਪਾਤਸ਼ਾਹ ਜੀ ਨੇ ਸ਼ੇਰ ਸਿੰਘ ਨੂੰ ਫੋਨ ਕੀਤਾ ਕਿ ਜਸਬੀਰ ਸਿੰਘ ਨੂੰ ਮੇਰੇ ਅਮਰੀਕਾ ਆਉਣ ਬਾਰੇ ਦੱਸ ਦੇਣਾ ਤੇ ਉਹ ਕੱਲ੍ਹ ਏਅਰਪੋਰਟ 'ਤੇ ਪਹੁੰਚ ਜਾਵੇ। ਸ਼ੇਰ ਸਿੰਘ ਦਾ ਸੁਨੇਹਾ ਮਿਲਿਆ। ਜਸਬੀਰ ਸਿੰਘ ਏਅਰਪੋਰਟ 'ਤੇ ਪਹੁੰਚ ਗਿਆ। ਉਸਨੇ ਬੜੀ ਝਿਜਕ ਜਿਹੀ ਨਾਲ ਸਾਰਿਆਂ ਤੋਂ ਬਾਅਦ ਮੱਥਾ ਟੇਕਿਆ, ਕਿਉਂ ਜੋ ਉਹ ਮੋਨਾ ਸੀ, ਵਾਲ ਕੱਟੇ ਹੋਏ ਸੀ, ਨਾਲੇ ਨਾਮਧਾਰੀ ਕੱਪੜੇ ਵੀ ਨਹੀਂ ਸੀ ਪਾਏ ਹੋਏ। ਸੱਚੇ ਪਾਤਸ਼ਾਹ ਜੀ ਹੌਲੀ ਜਿਹੀ ਮੁਸਕਰਾਏ। ਉਹਨਾਂ ਦੀ ਮੁਸਕਰਾਹਟ ਦੇ ਵਿੱਚ ਕੋਈ ਅਲੌਕਿਕ ਹੀ ਕਸ਼ਿਸ਼ ਸੀ। ਜਸਬੀਰ ਸਿੰਘ ਦੇ ਧੁਰ ਅੰਦਰ ਤੱਕ ਉਹ ਮੁਸਕਰਾਹਟ ਧਸ ਗਈ। ਉਹ ਮਸਤੀ ਵਿੱਚ ਉੱਥੇ ਹੀ ਥੋੜ੍ਹੀ ਦੇਰ ਲਈ ਖੜਿਆ ਰਿਹਾ। ਫਿਰ ਉਸਦੇ ਮਨ ਵਿੱਚ ਆਇਆ ਕਿ ਉਸ ਨੂੰ ਦੂਰੋਂ ਦੇਖ ਕੇ ਮੁਸਕਰਾਏ ਹਨ ਤੇ ਉਹਦਾ ਇਹ ਹਾਲ ਹੋਇਆ ਹੈ ਤੇ ਜਿਹੜੇ ਹਰ ਵਕਤ ਨਾਲ ਰਹਿੰਦੇ ਹਨ ਉਹ ਕਿੰਨਾ ਆਨੰਦ ਮਾਣਦੇ ਹੋਣਗੇ। ਮਨ ਵਿੱਚ ਖਿੱਚ ਹੋਰ ਵੱਧ ਗਈ। ਅਗਾਂਹ ਹੋ ਕੇ ਪਾਤਸ਼ਾਹ ਜੀ ਦੇ ਪ੍ਰੋਗਰਾਮ ਬਾਰੇ ਪੁੱਛਿਆ। ਪਤਾ ਲੱਗਿਆ ਕਿ ਪਾਤਸ਼ਾਹ ਜੀ ਲਾਹੌਰ ਏਅਰਪੋਰਟ 'ਤੇ ਜਾ ਰਹੇ ਹਨ। ਨਾ ਏਅਰਲਾਈਨ ਦਾ ਪਤਾ ਨਾ ਹੋਰ ਕੁਝ। ਜਸਬੀਰ ਸਿੰਘ ਲਾਹੌਰ ਏਅਰਪੋਰਟ 'ਤੇ ਪਹੁੰਚ ਗਿਆ। ਪਾਰਕਿੰਗ B ਵਿੱਚ ਗੱਡੀ ਕੋਈ ਨਾ ਦਿਸੀ। ਅਚਾਨਕ ਉਸਦੀ ਜੇਬ ਵਿੱਚੋਂ ਹੇਠਾਂ ਪੈਨ ਡਿੱਗ ਪਿਆ। ਜਦੋਂ ਉਹ ਹੇਠੋਂ ਪੈਨ ਚੁੱਕਣ ਲੱਗਾ ਤਾਂ ਗੱਡੀ ਦੇ ਹੇਠੋਂ ਦੀ ਦੂਰ ਉਸ ਨੂੰ ਨਾਮਧਾਰੀ ਵਸਤਰਾਂ ਵਿੱਚ ਕੁਝ ਸਿੰਘ ਦਿਖਾਈ ਦਿੱਤੇ। ਉਹ ਉੱਧਰ ਦੌੜ ਕੇ ਗਿਆ ਤਾਂ ਕੀ ਵੇਖਦਾ ਹੈ ਕਿ ਸੰਗਤਾਂ ਲੰਗਰ ਛਕ ਰਹੀਆਂ ਹਨ ਤੇ ਸੱਚੇ ਪਾਤਸ਼ਾਹ ਜੀ ਗੱਡੀ ਵਿੱਚ ਬੈਠੇ ਹਨ। ਜਸਬੀਰ ਸਿੰਘ ਨੇ ਵੀ ਜਾ ਮੱਥਾ ਟੇਕਿਆ ਤਾਂ ਪਾਤਸ਼ਾਹ ਜੀ ਨੇ ਪੁੱਛਿਆ, ਇੱਥੇ ਕੀ ਕੰਮ ਕਰਦੇ ਹੋ? ਜੀ ਮੈਂ ਗੱਡੀ ਚਲਾਉਂਦਾ ਹਾਂ, ਜਸਬੀਰ ਨੇ ਕਿਹਾ। ਤੇਰਾ ਨਾਮ ਕੀ ਹੈ? ਜੀ ਜਸਬੀਰ ਸਿੰਘ ਹੈ। ਥੋੜ੍ਹੀ ਦੂਰ ਅਗਾਂਹ ਹੋ ਕੇ ਆਵਾਜ਼ ਮਾਰੀ, ਜਸਬੀਰ। ਉਸ ਆਵਾਜ਼ ਨੂੰ ਜਸਬੀਰ ਸਿੰਘ ਅਜੇ ਤੱਕ ਨਹੀਂ ਭੁੱਲ ਸਕਿਆ। ਜਦ ਉਹ ਨੇੜੇ ਗਿਆ ਤਾਂ ਪੁੱਛਿਆ, ਬਾਥਰੂਮ ਕਿੱਧਰ ਹੈ? ਉਸ ਦੱਸ ਦਿੱਤਾ। ਪਾਤਸ਼ਾਹ ਜੀ ਨੇ ਜਲ ਵਰਤਿਆ ਤਾਂ ਹੁਕਮ ਹੋਇਆ ਕਿ ਤੁਸੀਂ ਵੀ ਜਲ ਵਰਤ ਲਓ। ਜਦੋਂ ਉਹ ਦੋਵੇਂ ਜਣੇ ਬਾਹਰ ਆਏ ਤਾਂ ਪਲਾਸਟਿਕ ਦੀ ਸ਼ੀਸ਼ੀ ਪਾਤਸ਼ਾਹ ਜੀ ਨੇ ਵਿਖਾਉਂਦਿਆਂ ਹੁਕਮ ਕੀਤਾ, ਜਲ ਜ਼ਰੂਰ ਵਰਤਿਆ ਕਰੋ। ਇਹ ਵੀ ਮਰਿਆਦਾ ਸਮਝਾਉਣ ਦਾ ਇੱਕ ਢੰਗ ਸੀ ਜੋ ਬੜੇ ਪਿਆਰ ਨਾਲ ਪਾਤਸ਼ਾਹ ਜੀ ਨੇ ਸਮਝਾਇਆ। ਦੁਬਾਰਾ ਜਦੋਂ ਸੱਚੇ ਪਾਤਸ਼ਾਹ ਜੀ ਫਿਰ ਅਮਰੀਕਾ ਆਏ ਤਾਂ ਸ਼ੇਰ ਸਿੰਘ ਨੇ ਜਸਬੀਰ ਸਿੰਘ ਨੂੰ ਪਾਤਸ਼ਾਹ ਜੀ ਦੇ ਆਉਣ ਬਾਰੇ ਦੱਸਿਆ। ਜਸਬੀਰ ਸਿੰਘ ਕੋਲ ਲਿੰਕਨ ਗੱਡੀ ਸੀ। ਉਹ ਉਸ ਨੂੰ ਸਾਫ਼ ਕਰਕੇ ਏਅਰਪੋਰਟ 'ਤੇ ਪਹੁੰਚ ਗਿਆ। ਸਿਰਫ ਉਸੇ ਦੀ ਹੀ ਗੱਡੀ ਖੜੀ ਸੀ। ਪਾਤਸ਼ਾਹ ਜੀ ਨੇ ਅਗਾਂਹ ਹੋ ਕੇ ਪੁੱਛਿਆ, ਇਹ ਗੱਡੀ ਕਿਸ ਦੀ ਖੜੀ ਹੈ? ਜੀ ਮੇਰੀ ਹੈ, ਜਸਬੀਰ ਨੇ ਕਿਹਾ।
ਇੱਕ ਹੋਰ ਸ਼ਰੀਰ ਨੇ ਅਗਾਂਹ ਹੋ ਕੇ ਕਿਹਾ, ਜਿਹਦੀਆਂ ਸੀਟਾਂ ਲੈਦਰ ਦੀਆਂ ਹਨ। ਜਸਬੀਰ ਸਿੰਘ ਨੂੰ ਕੁਝ ਨਾ ਸੁੱਝਿਆ। ਉਸਨੇ ਬਲੇਡ ਨਾਲ ਸੀਟ ਪਾੜ ਕੇ ਕਿਹਾ, ਜੀ ਦੇਖੋ, ਲੈਦਰ ਦੀ ਨਹੀਂ, ਧਾਗੇ ਨਿਕਲਦੇ ਹਨ। ਮਿਹਰਬਾਨ ਸਤਿਗੁਰੂ, ਮਿਹਰਾਂ ਦਾ ਮੀਂਹ ਵਰਸਾਉਣ ਲੱਗੇ। ਜਸਬੀਰ ਦੇ ਤੇ ਕਰਮ ਹੀ ਖੁੱਲ੍ਹ ਗਏ। ਆਸਣ ਲਾ ਦਿੱਤਾ। ਪਾਤਸ਼ਾਹ ਜੀ ਅਜੇ ਆਸਣ 'ਤੇ ਬੈਠੇ ਹੀ ਸਨ ਕਿ ਪਿੱਛੋਂ ਹੋਰ ਗੱਡੀਆਂ ਵੀ ਆ ਗਈਆਂ। ਮਿਹਰਬਾਨ ਸਾਹਿਬਾਂ ਨੇ ਬਚਨ ਕੀਤਾ, ਹੁਣ ਮੈਂ ਬੈਠ ਗਿਆ ਹਾਂ। ਜੇ ਹੁਣ ਉੱਠਿਆ ਤੇ ਇਹਦਾ ਦਿਲ ਟੁੱਟ ਜਾਏਗਾ। ਸੋ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਡੇਰੇ ਪਹੁੰਚ ਗਿਆ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੀ ਅਮਰੀਕਾ ਪਹੁੰਚਣਾ, ਹੁਕਮ ਕਰਨਾ, ਮੈਂ ਜਸਬੀਰ ਸਿੰਘ ਦੀ ਗੱਡੀ ਵਿੱਚ ਹੀ ਬੈਠਣਾ ਹੈ। ਨੇੜਤਾ ਦਾ ਆਨੰਦ ਆਉਣ ਲੱਗ ਪਿਆ। ਇੱਕ ਦਿਨ ਜਸਬੀਰ ਸਿੰਘ ਨੇ ਅਰਜ਼ ਕੀਤੀ, ਗਰੀਬ ਨਿਵਾਜ, ਆਨੰਦ ਕਾਰਜ ਆਪ ਜੀ ਦੀ ਹੀ ਹਜ਼ੂਰੀ ਵਿੱਚ ਕਰਾਉਣਾ ਹੈ। ਪਾਤਸ਼ਾਹ ਜੀ ਹੁਕਮ ਕੀਤਾ, ਤੂੰ ਆ ਤਾਂ ਸਹੀ, ਤੇਰਾ ਵਿਆਹ ਇਸੇ ਤਰ੍ਹਾਂ ਹੀ ਹੋਵੇਗਾ। ਗਰੀਬ ਨਿਵਾਜੀਓ, ਮੇਰੇ ਤੇ ਵਾਲ ਕੱਟੇ ਹੋਏ ਹਨ। ਤੂੰ 10 ਦਿਨ ਵਾਲ ਵਧਾ ਕੇ ਆ ਜਾਈਂ। ਹੁਕਮ ਹੋ ਗਿਆ। ਜਦੋਂ ਉਸਦਾ ਇੰਡੀਆ ਆਉਣ ਦਾ ਪ੍ਰੋਗਰਾਮ ਬਣਿਆ ਤਾਂ ਉਸਨੇ 12 ਦਿਨ ਦਾੜ੍ਹੀ ਵਧਾਈ। ਆਪਣੇ ਨਾਲ 100 ਕੁ ਰਿਸ਼ਤੇਦਾਰ ਲੈ ਕੇ ਸ਼੍ਰੀ ਭੈਣੀ ਸਾਹਿਬ ਚੱਲਿਆ ਗਿਆ। ਸਹੁਰੇ ਖੁੱਲ੍ਹੇ ਸਨ। ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਦਾੜ੍ਹੀ ਤੇ ਤੇਰੀ ਅਜੇ ਵੱਡੀ ਨਹੀਂ ਹੋਈ। ਜਸਬੀਰ ਨੇ ਕਿਹਾ, ਆਪ ਜੀ ਨੇ 10 ਦਿਨ ਵਧਾਉਣ ਲਈ ਹੁਕਮ ਕੀਤਾ ਸੀ, ਮੈਂ ਪੂਰੇ 12 ਦਿਨ ਵਧਾ ਕੇ ਆਇਆ ਹਾਂ ਜੀ। ਤਾਂ ਹੁਕਮ ਹੋਇਆ, ਚਲੋ ਇਸ ਤਰ੍ਹਾਂ ਹੀ ਹੋ ਜਾਵੇਗਾ। ਸਵੇਰੇ ਪੂਰਵਾ ਜੀ ਨੇ ਸਾਰਾ ਪ੍ਰਬੰਧ ਕਰਕੇ ਲਾਵਾਂ ਪੜਵਾ ਦਿੱਤੀਆਂ। ਸੱਚੇ ਪਾਤਸ਼ਾਹ ਜੀ ਦੀ ਸਿਹਤ ਠੀਕ ਨਾ ਹੋਣ ਕਰਕੇ ਉਹਨਾਂ ਨੇ ਆਸਾ ਦੀ ਵਾਰ ਵਿੱਚ ਦਰਸ਼ਨ ਹੀ ਨਾ ਦਿੱਤੇ। ਫੇਰਿਆਂ ਤੋਂ ਬਾਅਦ ਕੋਠੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਗਏ ਤਾਂ ਸੱਚੇ ਪਾਤਸ਼ਾਹ ਜੀ ਨੇ ਬਾਹਰ ਆ ਕੇ ਦਰਸ਼ਨ ਦਿੱਤੇ। ਬੜੇ ਸੋਹਣੇ ਬਚਨ ਬਿਲਾਸ ਕੀਤੇ। ਜਿਹੜੇ ਪਰਾਂ ਫਿਰਦੇ ਸਨ ਉਹ ਵੀ ਕੋਲ ਆ ਕੇ ਬੈਠ ਗਏ। ਜਸਬੀਰ ਕੁਝ ਕਹਿਣ ਲੱਗਾ ਤਾਂ ਹੁਕਮ ਹੋਇਆ, ਮੈਨੂੰ ਨਹੀਂ ਸੁਣਦਾ, ਰਛਪਾਲ ਨੂੰ ਦੱਸ ਦੇ ਜੋ ਦੱਸਣਾ ਈ। ਉਸਨੇ ਸੇਵਕ ਹਰਪਾਲ ਸਿੰਘ ਜੀ ਨੂੰ ਦੱਸਿਆ ਕਿ ਅੱਜ ਉਸਨੇ ਬਾਣਾ ਵੀ ਪਾਇਆ ਹੋਇਆ ਹੈ ਤੇ ਅੰਮ੍ਰਿਤ ਵੀ ਛਕਿਆ ਹੈ ਤੇ ਅੱਜ ਉਸਦਾ ਜੀ ਪਾਤਸ਼ਾਹ ਜੀ ਨੂੰ ਜੱਫੀ ਪਾਉਣ 'ਤੇ ਕਰਦਾ ਹੈ। ਤਾਂ ਰਛਪਾਲ ਨੇ ਹੱਸ ਕੇ ਕਿਹਾ, ਤੂੰ ਮੁੜਨਾ ਤੇ ਹੈ ਨਹੀਂ, ਕਰ ਲੈ ਜੋ ਕਰਨਾ ਹੈ। ਇਸ 'ਤੇ ਜਸਬੀਰ ਸਿੰਘ ਨੇ ਪਾਤਸ਼ਾਹ ਜੀ ਨੂੰ ਮੱਥਾ ਟੇਕਦਿਆਂ ਹੀ ਚਰਨਾਂ ਨੂੰ ਕੁੱਟ ਕੇ ਜੱਫੀ ਪਾ ਲਈ। ਇਸੇ ਤਰ੍ਹਾਂ ਹੀ ਵਿਆਹ ਤੋਂ ਪਹਿਲਾਂ ਸ਼੍ਰੀ ਭੈਣੀ ਸਾਹਿਬ ਵੀ ਕਾਰ ਵਿੱਚ ਬੈਠ ਕੇ ਕਿਤੇ ਜਾ ਰਹੇ ਸਨ। ਪੂਜਿਆ ਮਾਤਾ ਚੰਦ ਕੌਰ ਜੀ ਨੇ ਪਿਛਲੀ ਸੀਟ 'ਤੇ ਬੈਠਿਆਂ ਹੀ ਬਚਨ ਕੀਤਾ, ਜਸਬੀਰ, ਮੈਂ ਤੇਰੀ ਘਰਵਾਲੀ ਨੂੰ ਮਿਲ ਕੇ ਆਈ ਹਾਂ। ਉਸ ਨੇ ਮੱਥੇ ਤੋਂ ਵਾਲ ਕੱਟੇ ਹੋਏ ਹਨ। ਅੱਗੋਂ ਸੱਚੇ ਪਾਤਸ਼ਾਹ ਜੀ ਨੇ ਹੱਸ ਕੇ ਬਚਨ ਕੀਤਾ, ਸਾਡੇ ਪਹਿਲਵਾਨ ਨੇ ਕਿਹੜਾ ਵਾਲ ਰੱਖੇ ਹੋਏ ਨੇ, ਇਹ ਵੀ ਤੇ ਸਿਰੋਂ ਰੋਡਾ ਹੀ ਹੈ। ਇੱਕ ਹੱਡਬੀਤੀ ਜਸਬੀਰ ਸਿੰਘ ਦੇ ਭਰਾ ਦੀ ਹੈ। ਉਸਨੇ ਇੱਕ ਦਿਨ ਜਸਬੀਰ ਨੂੰ ਆਖਿਆ ਕਿ ਉਹ ਉਹਦੀ ਵੀ ਅਰਜ਼ ਕਰਾਏ ਤਾਂ ਜਸਬੀਰ ਨੇ ਆਖਿਆ ਕਿ ਆਪਣੀ ਅਰਜ਼ ਆਪ ਕਰੀਦੀ ਹੈ। ਸੱਚੇ ਪਾਤਸ਼ਾਹ ਜੀ ਕੋਲ ਜਾ ਕੇ ਜਸਬੀਰ ਸਿੰਘ ਨੇ ਆਪਣੇ ਭਰਾ ਦੀ ਅਰਜ਼ ਸੁਣਨ ਬਾਰੇ ਅਰਜ਼ ਕੀਤੀ। ਐਨੇ ਨੂੰ ਉਹਦਾ ਭਰਾ ਜ਼ੋਰ ਦੀ ਰੋਣ ਲੱਗ ਪਿਆ ਤੇ ਅਰਜ਼ ਕੀਤੀ, ਗਰੀਬ ਨਿਵਾਜ, ਮੇਰਾ ਕੰਮ ਨਹੀਂ ਚੱਲਦਾ। ਹੁਕਮ ਹੋਇਆ, ਇੱਕ ਮਾਲਾ ਭਗੌਤੀਆਂ ਦੀ ਤੇ ਇੱਕ ਨਾਮ ਸਿਮਰਨ ਦੀ ਕਰਿਆ ਕਰ। ਘਰ ਜਾ ਕੇ ਜਿਸ ਦਿਨ ਹੀ ਭਗੌਤੀਆਂ ਦੀ ਮਾਲਾ ਕੀਤੀ, ਉਸੇ ਦਿਨ ਹੀ ਜਿਹੜੇ ਪੈਸੇ ਰੁਕੇ ਸਨ ਉਹਨਾਂ ਵਿੱਚੋਂ ਕੁਝ ਕੁ ਮਿਲ ਗਏ। ਹਫ਼ਤੇ ਕੁ ਬਾਅਦ ਸ਼੍ਰੀ ਭੈਣੀ ਸਾਹਿਬ ਆਏ ਤਾਂ ਮਾਤਾ ਜੀ ਨੂੰ ਨਮਸਕਾਰ ਕਰਦਿਆਂ ਫਿਰ ਰੋ ਪਏ ਤੇ ਅਰਜ਼ ਕੀਤੀ, ਮਾਤਾ ਜੀ, ਮੇਰੇ ਕੋਲੋਂ ਭਗੌਤੀਆਂ ਦੀ ਮਾਲਾ ਨਹੀਂ ਹੁੰਦੀ। ਮਾਤਾ ਜੀ ਹੁਕਮ ਕੀਤਾ, ਇੱਕ ਦਿਨ ਵਿੱਚ ਪੂਰੀ ਨਹੀਂ ਹੁੰਦੀ ਤਾਂ ਦੂਜੇ ਦਿਨ ਕਰ ਲਿਆ ਕਰ। ਜੇ ਦੂਜੇ ਦਿਨ ਵੀ ਪੂਰੀ ਨਹੀਂ ਹੁੰਦੀ ਤਾਂ ਮਾਤਾ ਜੀ ਹੁਕਮ ਕੀਤਾ, ਜਿੰਨੀ ਹੁੰਦੀ ਹੈ ਓਨੀ ਹੀ ਕਰਿਆ ਕਰ। ਸੋ ਹੁਣ ਜਸਬੀਰ ਦੇ ਭਰਾ ਦਾ ਕੰਮ ਬਹੁਤ ਸੋਹਣਾ ਚੱਲਣ ਲੱਗ ਪਿਆ। ਉਹਦੇ ਭਰਾ ਦੇ ਕੋਈ ਬੱਚਾ ਵੀ ਨਹੀਂ ਸੀ। 4-5 ਸਾਲ ਵਿਆਹ ਨੂੰ ਹੋ ਗਏ ਸਨ। ਜਸਬੀਰ ਸਿੰਘ ਨੇ ਭਰਾ ਦੇ ਘਰ ਬੱਚਾ ਹੋਣ ਬਾਰੇ ਅਰਜ਼ ਕੀਤੀ ਤਾਂ ਹੁਕਮ ਹੋਇਆ ਸੱਚੇ ਪਾਤਸ਼ਾਹ ਜੀ ਦਾ, ਆਪਣੇ ਭਰਾ ਨੂੰ ਕਹਿ ਕਿ ਉਹ ਵੱਡੇ ਭਰਾ ਦੀ ਗੁੱਡੀ ਗੋਦ ਲੈ ਲਵੇ। ਜਸਬੀਰ ਸਿੰਘ ਚੁੱਪ ਕਰ ਗਿਆ। ਕਿਉਂ? ਜੋ ਉਸਨੂੰ ਪਤਾ ਸੀ ਕਿ ਉਹਦੇ ਭਰਾ ਨੇ ਮੰਨਣਾ ਤੇ ਹੈ ਨਹੀਂ। ਜੋ 2-3 ਹਫ਼ਤਿਆਂ ਬਾਅਦ ਪਾਤਸ਼ਾਹ ਜੀ ਨੇ ਫਿਰ ਜਸਬੀਰ ਨੂੰ ਪੁੱਛਿਆ ਕਿ ਉਸਨੇ ਆਪਣੇ ਭਰਾ ਨੂੰ ਗੁੱਡੀ ਗੋਦ ਲੈਣ ਵਾਲੀ ਗੱਲ ਕਹੀ ਹੈ ਜਾਂ ਨਹੀਂ। ਤਾਂ ਉਸਨੇ ਕਿਹਾ, ਪਾਤਸ਼ਾਹ ਜੀ, ਮੇਰੇ ਕੋਲੋਂ ਐਦਾਂ ਕਹਿ ਨਹੀਂ ਹੋਇਆ। ਤਾਂ ਸੱਚੇ ਪਾਤਸ਼ਾਹ ਜੀ ਨੇ ਬੜੀ ਪਿਆਰ ਨਾਲ ਸਮਝਾਇਆ,
ਇਹ ਗੱਲ ਨਹੀਂ, ਸੱਚੇ ਪਾਤਸ਼ਾਹ ਜੀ ਤਾਂ ਕਿਰਪਾ ਕਰਦੇ ਹੀ ਨੇ, ਪਰ ਇਹ ਇੱਕ ਸਾਇੰਸ ਦਾ ਸਿਧਾਂਤ ਵੀ ਹੈ ਕਿ ਜਦੋਂ ਕੋਈ ਮਾਤਾ ਬੱਚਾ ਗੋਦ ਲਏਗੀ ਤਾਂ ਉਹ ਬੱਚਾ ਉਸ ਨੂੰ ਮਾਂ ਕਹਿ ਕੇ ਬੁਲਾਏਗਾ, ਤਾਂ ਮਾਂ ਦੇ ਅੰਦਰ ਹਾਰਮੋਨਸ ਪੈਦਾ ਹੁੰਦੇ ਹਨ। ਉਸ ਨਾਲ ਜੋ ਥੈਲੀ ਬੰਦ ਹੁੰਦੀ ਹੈ ਖੁੱਲ੍ਹ ਜਾਂਦੀ ਹੈ। ਜਸਬੀਰ ਨੇ ਆਪਣੇ ਪਿਤਾ ਨੂੰ ਇਹ ਸਾਰੀ ਗੱਲ ਦੱਸੀ। ਉਹਨਾਂ ਇੱਕ ਦਿਨ ਮੌਕਾ ਵੇਖ ਕੇ ਜਸਬੀਰ ਦੇ ਭਰਾ ਨੂੰ ਕਿਹਾ ਤਾਂ ਜਸਬੀਰ ਦਾ ਭਰਾ ਇਹ ਸੁਣ ਕੇ ਫਿਰ ਰੋਣ ਲੱਗ ਪਿਆ। ਰਸਤੇ 'ਚ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਹੀ ਘਰ ਆ ਗਿਆ। ਜਦੋਂ ਘਰ ਪਹੁੰਚਿਆ ਤਾਂ ਸਭ ਤੋਂ ਵੱਡੇ ਭਰਾ ਦੀ ਗੁੱਡੀ, ਜੋ ਕਿ ਉਦੋਂ 2.5 ਸਾਲਾਂ ਦੀ ਸੀ, ਉਸਨੇ ਜਸਬੀਰ ਦੇ ਵਿਚਲੇ ਭਰਾ ਨੂੰ ਕਿਹਾ, ਡੈਡੀ ਆ ਗਏ, ਡੈਡੀ ਆ ਗਏ। ਉਸ ਕਿਹਾ, ਤੇਰੇ ਡੈਡੀ ਤਾਂ ਫੈਕਟਰੀ ਹਨ, ਮੈਂ ਤਾਂ ਇਕੱਲਾ ਹੀ ਆਇਆ ਹਾਂ। ਤਾਂ ਉਹ ਕਹਿਣ ਲੱਗੀ, ਨਹੀਂ, ਤੁਸੀਂ ਮੇਰੇ ਡੈਡੀ ਹੋ, ਤੁਸੀਂ ਮੇਰੇ ਡੈਡੀ ਹੋ। ਸੋ ਇਸ ਤਰ੍ਹਾਂ ਕਿਰਪਾ ਕਰਕੇ ਸ਼੍ਰੀ ਸਤਿਗੁਰੂ ਜੀ ਨੇ ਗੁੱਡੀ ਦੇ ਮੂੰਹੋਂ ਹੀ ਅਖਵਾ ਡੈਡੀ ਕਹਾ ਦਿੱਤਾ। ਫਿਰ ਰਸਮੀ ਤੌਰ 'ਤੇ ਉਹਨਾਂ ਉਹ ਗੁੱਡੀ ਗੋਦ ਲੈ ਲਈ। ਉਸ ਤੋਂ ਬਾਅਦ ਇੱਕ ਦਿਨ ਸੱਚੇ ਪਾਤਸ਼ਾਹ ਜੀ ਨੇ ਫ਼ੋਨ 'ਤੇ ਜਸਬੀਰ ਨੂੰ ਪੁੱਛਿਆ, ਕੋਈ ਖਬਰ ਆਈ ਹੈ? ਜਸਬੀਰ ਨੇ ਨਾ ਵਿੱਚ ਉੱਤਰ ਦਿੱਤਾ। ਉਸੇ ਰਾਤ ਹੀ ਜਸਬੀਰ ਦੇ ਭਰਾ ਨੇ ਫ਼ੋਨ 'ਤੇ ਦੱਸਿਆ ਕਿ ਉਹਨਾਂ ਦੇ ਘਰ ਬੱਚੇ ਦੀ ਆਸ ਹੋਈ ਹੈ। ਉਸਨੇ ਸੱਚੇ ਪਾਤਸ਼ਾਹ ਜੀ ਨੂੰ ਵੀ ਦੱਸ ਦਿੱਤਾ। ਅੰਤਰਜਾਮੀ ਸਤਿਗੁਰੂ ਜੀ ਇੱਕ ਪਾਸੇ ਮਿਹਰ ਕਰਦੇ ਹਨ, ਬਖਸ਼ਿਸ਼ਾਂ ਕਰਦੇ ਨੇ ਆਪ ਹੀ, ਤੇ ਦੂਸਰੇ ਪਾਸੇ ਪੁੱਛਦੇ ਨੇ। ਧੰਨ ਧੰਨ ਹੈ ਸਤਿਗੁਰੂ ਸੱਚੇ ਪਾਤਸ਼ਾਹ, ਪਾਤਸ਼ਾਹ ਦੇ ਪਾਤਸ਼ਾਹ। ਸੋ ਹੁਣ ਜਸਬੀਰ ਦੇ ਭਰਾ ਕੋਲ 1.5 ਸਾਲ ਦੀ ਬੱਚੀ ਹੈ। ਜੇ ਉਹ ਪਹਿਲਾਂ ਵਾਲੀ ਗੁੱਡੀ ਨੂੰ ਕਹਿੰਦੇ ਹਨ ਕਿ ਜਾ ਆਪਣੀ ਮੰਮੀ ਕੋਲ, ਤੇ ਕਹਿੰਦੀ ਹੈ ਇਹ ਹੀ ਸਾਡੀ ਦੋਹਾਂ ਦੀ ਮੰਮੀ ਹੈ। ਇਹ ਹੈ ਗਰੀਬ ਨਿਵਾਜ ਜੀ ਦੀ ਅਪਾਰ ਬਖਸ਼ਿਸ਼। ਸਾਰੇ ਆਖ ਲਈਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।